ਸੋ ਜੋ ਲੜੀਵਾਰ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਜੋ ਭੋਗ ਦੇ ਸਲੋਕ ਨੇ, ਪਿਛਲੇ ਕਾਫੀ ਦਿਨਾਂ ਤੋਂ ਉਹਨਾਂ ਦੀ ਵਿਚਾਰ ਚੱਲ ਰਹੀ ਹੈ। ਸੋ ਆਓ ਸੰਗਤ ਜੀ, ਜੋ ਸਤਿਗੁਰੂ ਮਹਾਰਾਜ ਜੀ ਦੇ ਅੱਜ ਦੇ ਪਾਵਨ ਉਪਦੇਸ਼ ਦੀ ਵਿਚਾਰ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜੇ ਹੋ, ਸਾਰੇ ਮਨੋਵਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ, ਸਾਰੇ ਰਸਨਾ ਨੂੰ ਪਵਿੱਤਰ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਜਿਹ ਮਾਇਆ ਮਮਤਾ ਤਜੀ, ਸਭ ਤੇ ਭਇਓ ਉਦਾਸ। ਕਹੋ ਨਾਨਕ ਸੁਨ ਰੇ ਮਨਾ, ਤਿਹ ਘਟ ਬ੍ਰਹਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਪਾਵਨ ਉਪਦੇਸ਼ ਦੀ ਬਖਸ਼ ਕਰਦੇ ਨੇ, ਜਿਸ ਦੇ ਅੰਦਰ ਸਾਹਿਬ ਜੀ ਮਾਇਆ ਦੇ ਬਾਬਤ ਕਥਨ ਕਰਦੇ ਨੇ ਕਿ ਮਾਇਆ ਤਜਨ ਦੀ ਸਤਿਗੁਰੂ ਜੀ ਗੱਲ ਕਰ ਰਹੇ ਨੇ। ਮਾਇਆ ਸੰਗਤ ਜੀ ਕਿਹਨੂੰ ਕਹਿੰਦੇ ਨੇ ਤੇ ਮਾਇਆ ਕਿੰਨੇ ਪ੍ਰਕਾਰ ਦੀ ਹੁੰਦੀ ਹੈ। ਕਿਸੇ ਨੇ ਮਾਇਆ ਧਨ ਪਦਾਰਥ ਨੂੰ ਵੀ ਕਿਹਾ ਹੈ, ਕਿਸੇ ਨੇ ਮਾਇਆ ਜੋ ਜੜ ਵਸਤੂਆਂ ਨੇ ਉਹਨਾਂ ਨੂੰ ਵੀ ਕਿਹਾ ਹੈ। ਸਤਿਗੁਰੂ ਜੀ ਦੀ ਬਾਣੀ ਅੰਦਰ ਮਾਇਆ ਉਸ ਵਸਤੂ ਨੂੰ ਕਿਹਾ ਹੈ ਕਿ ਜਿਹੜੀ ਸੰਗਤ ਜੀ ਵਸਤੂ ਜੀਵ ਦੀ ਪਰਮੇਸ਼ਰ ਦੇ ਨਾਲੋਂ ਬਿਰਤੀ ਨੂੰ ਤੋੜਦੀ ਹੈ, ਉਸ ਨੂੰ ਮਾਇਆ ਕਿਹਾ ਹੈ। ਸਮਝਣ ਵਾਸਤੇ ਵਿਦਵਾਨ ਗੁਰਮੁਖਾਂ ਨੇ ਮਾਇਆ ਨੂੰ 3 ਹਿੱਸਿਆਂ ਵਿੱਚ ਵੰਡ ਲਿਆ। ਇੱਕ ਜੜ ਮਾਇਆ, ਦੂਸਰੀ ਚੇਤਨ ਮਾਇਆ, ਤੀਸਰੀ ਸੰਗਤ ਜੀ ਅਗਿਆਨ ਮਾਇਆ। ਜੜ ਮਾਇਆ ਉਹ ਹੁੰਦੀ ਹੈ ਜਿਹੜੀ ਸੰਗਤ ਜੀ, ਜਿਵੇਂ ਆਪਾਂ ਧਨ ਪਦਾਰਥ, ਜਿਵੇਂ ਪੈਸੇ ਨੂੰ ਕਹੀਏ, ਇਹ ਜੜ ਮਾਇਆ ਹੈ। ਦੂਸਰੀ ਵਿਦਵਾਨ ਗੁਰਮੁਖਾਂ ਨੇ ਮੰਨੀ ਹੈ ਚੇਤਨ ਮਾਇਆ, ਕਿ ਜਿਹਦੇ ਅੰਦਰ ਵਾਹਿਗੁਰੂ ਦਾ ਆਵਾਸ ਹੋਵੇ, ਭਾਵ ਵਾਹਿਗੁਰੂ ਦੀ ਸਤਾ ਹੋਵੇ। ਜਿਵੇਂ ਘਰ ਵਿੱਚ ਚੰਗੇ ਜਾਨਵਰ ਕਹਿ ਲਵੋ, ਹਾਥੀ, ਘੋੜੇ, ਪਸ਼ੂ ਆਦਿਕ, ਇਹ ਵਾਹਿਗੁਰੂ ਵੱਲੋਂ ਬਣਾਏ ਨੇ। ਕਈ ਵਾਰੀ ਜੀਵ ਨੂੰ ਇਹ ਵੀ ਭਰਮਾ ਲੈਂਦੇ ਨੇ ਆਪਣੇ ਵੱਲ, ਕਿ ਜਿਸ ਤਰ੍ਹਾਂ ਸਤਿਗੁਰੂ ਦੀ ਪਾਵਨ ਬਾਣੀ ਅੰਦਰ
ਬਚਨ ਆਉਂਦੇ ਨੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਭਗਤ ਕਬੀਰ ਸਾਹਿਬ ਜੀ ਦੇ ਬਚਨ ਨੇ। ਜਿਸ ਤਰ੍ਹਾਂ ਪਾਂਡਵਾਂ ਦੀ ਅਤੇ ਕੌਰਵਾਂ ਦੀ ਸੰਧੀ ਕਰਾਉਣ ਵਾਸਤੇ ਸੰਗਤ ਜੀ ਸ੍ਰੀ ਕ੍ਰਿਸ਼ਨ ਜੀ ਦੁਰਯੋਧਨ ਦੇ ਕੋਲ ਗਏ ਸੀ ਕਿ ਤੂੰ ਪਾਂਡਵਾਂ ਨੂੰ ਕੁਝ ਪਿੰਡ ਦੇ ਦੇ, ਤਾਂ ਉਸ ਵੇਲੇ ਦੁਰਯੋਧਨ ਸੰਗਤ ਜੀ ਆਪਣੇ ਤੰਬੇਲੇ ਵਿੱਚ ਚਲਿਆ ਗਿਆ, ਜਿੱਥੇ ਘੋੜੇ ਹਾਥੀ ਬੱਧੇ ਸੀ। ਜਾ ਕੇ ਉਹਨਾਂ ਨੂੰ ਵੇਖਣ ਲੱਗ ਪਿਆ, ਭਗਵਾਨ ਜੀ ਦਾ ਸਤਿਕਾਰ ਨਾ ਕੀਤਾ, ਸਗੋਂ ਉਹਨਾਂ ਦੇ ਵਿੱਚ ਹੀ ਖਚਿਤ ਹੋ ਗਿਆ। ਤਾਂ ਇਹਨੂੰ ਚੇਤਨ ਮਾਇਆ ਕਿਹਾ ਹੈ। ਫਿਰ ਸਤਿਗੁਰੂ ਜੀ ਨੇ ਉਹ ਸਾਰੀ ਵਾਰਤਾ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਅਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਵੀ ਕਥਨ ਕੀਤੀ ਹੈ ਕਿ ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੂਤ ਬਿਦਰ ਕੋ ਪਾਨੀ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕੁਰ ਆਨੰਦ ਬਨੋਦੀ, ਜਾਤ ਨਾ ਕਾਹੂ ਕੀ ਮਾਨੀ। ਇਹ ਸ਼ਬਦ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਹੈ। ਸੋ ਇਹ ਚੇਤਨ ਮਾਇਆ ਕਿ ਕਈ ਵਾਰੀ ਜੀਵ ਪਦਾਰਥਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਨੂੰ ਵਿਸਾਰ ਦਿੰਦਾ ਹੈ। ਤੀਸਰੀ ਹੈ ਸੰਗਤ ਜੀ ਅਗਿਆਨ ਮਾਇਆ। ਅਗਿਆਨ ਕਰਕੇ ਭਾਵ ਤਾਂ ਹੀ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਹੈ ਕਿ ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ। ਭਾਵੇਂ ਅਸੀਂ ਹੁਣ ਵੇਖਦੇ ਹਾਂ ਕਿ ਸਾਰੇ ਉੱਠੇ ਹਾਂ, ਦਰਬਾਰ ਵਿੱਚ ਬੈਠੇ ਹਾਂ, ਇਹ ਸੰਗਤ ਜੀ ਸਰੀਰਕ ਜਾਗਣਾ ਹੈ, ਪਰ ਇੱਕ ਜਾਗਣਾ ਹੋਰ ਵੀ ਹੈ। ਮਹਾਰਾਜ ਜੀ ਬਹੁਤ ਐਸੇ ਬਚਨ ਕਰਦੇ ਨੇ ਕਿ ਸਾਰਾ ਸੰਸਾਰ ਸੁੱਤਾ ਪਿਆ ਹੈ, ਤਕਰੀਬਨ ਕੋਈ ਬਿਰਲਾ ਹੀ ਹੈ ਜਿਹੜਾ ਜਾਗਿਆ ਹੈ। ਭਾਵ ਜਿਹੜੀ ਤੀਸਰੀ ਮਾਇਆ ਉਹ ਸੰਗਤ ਜੀ ਅਗਿਆਨ ਦੀ ਮਾਇਆ। ਫਿਰ ਜਿੰਨੇ ਹੋਰ ਮਹਾਂਪੁਰਖ ਹੋਏ ਨੇ, ਜਿੱਥੋਂ ਤੱਕ ਕਿਸੇ ਦੀ ਬਿਰਤੀ ਹੈ, ਇੱਕ ਮਾਇਆ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਉਹ ਵੀ ਕਹੀ ਹੈ ਕਿ ਜਿਹੜੀ ਸੰਗਤ ਜੀ ਉਹ ਵੀ ਮਾਇਆ ਹੈ ਜਿਹੜੀ ਅਭਿਆਸੀਆਂ 'ਤੇ ਸਿਮਰਨ ਕਰਨ ਵਾਲਿਆਂ 'ਤੇ ਸੇਵਾ ਕਰਨ ਵਾਲਿਆਂ 'ਤੇ ਆ ਕੇ ਪੈ ਜਾਂਦੀ ਹੈ। ਉਹ ਜਿਹੜੀ ਸਾਖੀ ਹੈ ਉਹ ਵਾਰਤਾ ਭਗਤ ਕਬੀਰ ਸਾਹਿਬ ਜੀ ਨਾਲ ਵਾਪਰੀ। ਕਬੀਰ ਸਾਹਿਬ ਨੇ ਵੀ ਸੰਗਤ ਜੀ ਉਸ ਮਾਇਆ ਨੂੰ ਤਜਣ ਦਾ ਹੀ ਹੁਕਮ ਦਿੱਤਾ ਹੈ। ਅਤੇ ਇੱਥੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਉਸ ਮਾਇਆ ਨੂੰ ਹੀ ਛੱਡਣ ਵਾਸਤੇ ਕਿਹਾ ਹੈ। ਜਿਹ ਮਾਇਆ ਸਗਲੀ ਤਜੀ, ਲਿਓ ਪੇਖ ਵੈ ਰਾਗ, ਕਹੋ ਨਾਨਕ ਸੋ ਨਰੇ ਮਨਾ, ਤੇ ਨਰ ਮਤ ਹੈ ਭਾਗ। ਸਤਿਗੁਰੂ ਸਾਹਿਬ ਜੀ ਦੇ ਕੱਲ੍ਹ ਵਾਲਾ ਬਚਨ ਸੀ। ਅੱਜ ਮਹਾਰਾਜ ਜੀ ਕਿਰਪਾ ਕਰਦੇ ਨੇ, ਜਿਹ ਮਾਇਆ ਮਮਤਾ ਤਜੀ। ਸਤਿਗੁਰੂ ਜੀ ਕਹਿੰਦੇ ਜਿਹੇ ਭਾਵ ਜਿਹਨੇ ਮਾਇਆ ਪਦਾਰਥ, ਮਮਤਾ ਤੋਂ ਭਾਵ ਹੁੰਦਾ ਮੇਰ, ਕਿ ਪਦਾਰਥ ਸੰਗਤ ਜੀ ਕੋਲ ਵੀ ਹੋਣ, ਸਗੋਂ ਉਹਨਾਂ ਨੂੰ ਆਪਣੇ ਨਾ ਜਾਣਨਾ, ਉਹਨਾਂ ਨੂੰ ਮਿਥਿਆ ਰੂਪ ਕਰਕੇ ਜਾਣਨਾ ਕਿ ਇਹ ਮੈਨੂੰ ਵਾਹਿਗੁਰੂ ਨੇ ਪ੍ਰਲਬਧ ਦੇ ਅਨੁਸਾਰ ਬਖਸ਼ੇ ਨੇ, ਕਿ ਸਤਿਗੁਰੂ ਨੇ ਮੈਨੂੰ ਪ੍ਰਲਬਧ ਦੇ ਅਨੁਸਾਰ ਬਖਸ਼ਿਆ, ਮੈਨੂੰ ਇਹਨਾਂ ਦਾ ਮਾਣ ਨਹੀਂ ਕਰਨਾ ਚਾਹੀਦਾ। ਇਹ ਤਾਂ ਸੁਪਨੇ ਦੀ ਵੱਤ ਨੇ। ਜਿਵੇਂ ਸੁਪਨਾ ਰਾਤ ਨੂੰ ਸੰਗਤ ਜੀ ਅਵਿਦਿਆ ਦੇ ਕਾਰਨ ਆਉਂਦਾ ਹੈ, ਜਿਸ ਵੇਲੇ ਮਨੁੱਖ ਜਾਗਰਤ ਅਵਸਥਾ ਵਿੱਚ ਹੁੰਦਾ ਹੈ ਤਾਂ ਜਿਹੜੇ ਸੁਪਨੇ ਦੇ ਜਿੰਨੇ ਵੀ ਪਦਾਰਥ ਨੇ ਉਹ ਸਾਰੇ ਅਭਾਵ ਹੋ ਜਾਂਦੇ ਨੇ, ਭਾਵ ਨਾਸ ਹੋ ਜਾਂਦੇ ਨੇ। ਕਈ ਵਾਰੀ ਵਿਚਾਰਾ ਗਰੀਬ ਆਪਣੇ ਮੰਜੇ 'ਤੇ ਪਿਆ ਬਾਦਸ਼ਾਹ ਬਣ ਜਾਂਦਾ ਹੈ, ਅਤੇ ਕਈ ਵਾਰੀ ਸੰਗਤ ਜੀ ਬਾਦਸ਼ਾਹ ਫਿਰ ਆਪਣੇ ਤਖਤ 'ਤੇ ਬੈਠਾ, ਆਪਣੇ ਸਿੰਘਾਸਨ 'ਤੇ ਬਿਰਾਜਿਆ ਹੋਇਆ ਕੰਗਾਲ ਬਣ ਜਾਂਦਾ ਹੈ। ਸਤਿਗੁਰੂ ਸਾਹਿਬ ਦੀ ਬਾਣੀ ਨੇ ਜ਼ਿਕਰ ਕੀਤਾ ਹੈ, ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਭਗਤ ਰਵਿਦਾਸ ਜੀ ਕਹਿੰਦੇ ਨਰਪਤ, ਨਰਾਂ ਦਾ ਪਤ ਭਾਵ ਨਰਾਂ ਦਾ ਰਾਜਾ, ਜਿਹੜਾ ਉਹਨਾਂ ਦਾ ਜੀਵਾਂ ਦਾ ਮਾਲਕ ਹੈ, ਰਾਜਾ। ਨਰਪਤ ਏਕ ਸਿੰਘਾਸਨ ਭਇਆ, ਸੁਪਨੇ ਭਇਆ ਭਿਖਾਰੀ।
ਕਹਿ ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਫਿਰ ਜਿਹੜਾ ਸੰਗਤ ਜੀ ਰਾਜਾ ਹੋ ਕੇ ਭਿਖਾਰੀ ਬਣਿਆ ਹੋਵੇ, ਫਿਰ ਉਹਦੀ ਦਿਸ਼ਾ ਵੇਖੋ ਕਿਹੋ ਜਿਹੀ ਹੋਵੇਗੀ। ਜਿਹਨੇ ਸਾਰਿਆਂ 'ਤੇ ਹੁਕਮ ਕੀਤਾ ਹੋਵੇ, ਜਿਹੜਾ ਸਾਰਿਆਂ 'ਤੇ ਆਪਣੇ ਫਰਮਾਨ ਹੀ ਜਾਰੀ ਕਰਦਾ ਹੋਵੇ, ਅਤੇ ਜੇਕਰ ਉਹਨੂੰ ਕਿਸੇ ਦਾ ਹੁਕਮ ਮੰਨਣਾ ਪੈ ਜਾਏ, ਫਿਰ ਉਹਦਾ ਮਨ ਹੀ ਦੱਸਦਾ ਹੈ ਕਿਹੋ ਜਿਹੀ ਹਾਲਾਤ ਹੁੰਦੀ ਹੈ। ਸਤਿਗੁਰੂ ਜੀ ਕਹਿੰਦੇ ਕਈ ਵਾਰੀ ਸੰਗਤ ਜੀ ਫਿਰ ਇਹੋ ਜਿਹੀ ਅਵਸਥਾ ਬਣ ਜਾਂਦੀ ਹੈ, ਪਰ ਉਹ ਵਾਸਤਵ ਦੇ ਵਿੱਚ, ਹਕੀਕਤ ਦੇ ਵਿੱਚ ਰਾਜਾ ਭਾਈ ਰਾਜੀ ਹੁੰਦਾ ਹੈ ਅਤੇ ਕੰਗਾਲ ਵਿਚਾਰਾ ਕੰਗਾਲ ਹੀ ਰਹਿੰਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਪਦਾਰਥ ਨੇ, ਇਹ ਭਾਈ ਇਉਂ ਸਮਝਣਾ ਜਿਵੇਂ ਸੁਪਨੇ ਦੀ ਵੱਤ ਨੇ। ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਸੰਗਲਾਦੀਪ ਗਏ, ਸੰਗਲਾਦੀਪ ਦਾ ਰਾਜਾ ਸੀ ਭਾਈ ਮਨਸੁਖ। ਵਾਹਿਗੁਰੂ ਰਾਜਾ ਸ਼ਿਵਨਾਭ, ਰਾਜਾ ਸ਼ਿਵਨਾਭ ਨੇ ਸੰਗਤੀ ਭਾਈ ਮਨਸੁਖ ਤੋਂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੀ ਉਪਮਾ ਸੁਣੀ। ਜਿਸ ਵੇਲੇ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸੁਣੀ ਅਤੇ ਰਾਜੇ ਸ਼ਿਵਨਾਭ ਦੇ ਮਨ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦੀ ਬੜੀ ਤਾਂਘਾ ਪੈਦਾ ਹੋ ਗਈ। ਤਾਂ ਮਨਸੁਖ ਨੂੰ ਭਾਈ ਸ਼ਿਵਨਾਭ ਰਾਜਾ ਕਹਿਣ ਲੱਗਿਆ ਕਿ ਮੈਂ ਸਤਿਗੁਰਾਂ ਦੇ ਦਰਸ਼ਨ ਕਰਨੇ ਆ। ਤਾਂ ਉਸ ਵੇਲੇ ਸੰਗਤ ਜੀ ਮਨਸੁਖ ਨੇ ਕਿਹਾ ਕਿ ਸਤਿਗੁਰੂ ਜੀ ਇਹੋ ਜਿਹੇ ਨਹੀਂ, ਉਹ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਦੇ ਮਾਲਕ ਸਤਿਗੁਰੂ ਨੇ। ਉਹ ਤੇਰੀ ਅਵਸਥਾ ਨੂੰ ਇੱਥੇ ਆ ਕੇ ਭਾਗ ਲਾਉਣਗੇ, ਤੂੰ ਉਹਨਾਂ ਨੂੰ ਚੇਤੇ ਕਰ। ਜਿਸ ਵੇਲੇ ਸੰਗਤ ਜੀ ਸ਼ਰਧਾ ਭਾਵਨਾ ਦੇ ਨਾਲ ਹਰ ਵੇਲੇ ਸੰਗਲਾਦੀਪ ਦਾ ਰਾਜਾ ਸ਼ਿਵਨਾਭ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰਦਾ ਰਿਹਾ। ਮੇਰੇ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਜਗਤ ਨੂੰ ਤਾਰਦੇ ਹੋਏ ਜਿਸ ਵੇਲੇ ਸੰਗਲਾਦੀਪ ਪੁੱਜੇ ਨੇ, ਜਾ ਕੇ ਮਹਾਰਾਜ ਨੇ ਦਰਸ਼ਨ ਦਿੱਤੇ। ਰਾਜਾ ਸ਼ਿਵਨਾਭ ਨਿਹਾਲ ਹੋ ਗਿਆ ਅਤੇ ਜਿਸ ਵੇਲੇ ਸਤਿਗੁਰੂ ਜੀ ਜਾਣ ਲੱਗੇ ਤਾਂ ਰਾਜਾ ਸ਼ਿਵਨਾਭ ਨੇ ਸੰਗਤੀ ਮਹਾਰਾਜ ਦੇ ਪ੍ਰੇਮ ਵਿੱਚ ਆ ਕੇ ਮਹਾਰਾਜ ਨੂੰ ਆਪਣੇ ਤੋਂ ਦੂਰ ਨਹੀਂ ਜਾਣ ਦਿੰਦਾ, ਤਾਂ ਸਾਰਾ ਰਾਜ ਭਾਗ ਆਪਣਾ ਮੁਕਟ ਸਤਿਗੁਰਾਂ ਦੇ ਚਰਨਾਂ ਵਿੱਚ ਰੱਖ ਦਿੱਤਾ। ਸਾਰਾ ਰਾਜ ਧਨ ਸੰਪਦਾ ਮਹਾਰਾਜ ਨੂੰ ਸੌਂਪ ਦਿੱਤੀ। ਤਾਂ ਗੁਰੂ ਸਾਹਿਬ ਨੇ ਸੰਗਤੀ ਫਿਰ ਜਿਹੜਾ ਉੱਥੇ ਵਚਨ ਕਿਹਾ ਹੈ, ਉਹ ਵਚਨ ਇਸ ਪਾਵਨ ਸ਼ਬਦ ਦੇ ਨਾਲ ਟੁਕਦਾ ਹੈ। ਤਾਂ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਿਹਾ, ਰਾਜਾ ਜੀ ਤੁਸੀਂ ਰਾਜ ਨੂੰ ਕਮਾਓ, ਰਾਜ ਨੂੰ ਕਮਾਉਂਦਿਆਂ ਹੋਏ ਜੋਗ ਨੂੰ ਮਾਣੋ। ਭਾਵ ਜੋਗ ਦਾ ਭਾਵ ਕਿ ਪਰਮਾਤਮਾ ਦੇ ਨਾਲ ਜੁੜ ਕੇ ਰਹਿਣਾ, ਕਿ ਤੁਸੀਂ ਇਹ ਰਾਜ ਨੂੰ ਇਉਂ ਸਮਝ ਲੈਣਾ ਕਿ ਰਾਜ ਅਕਾਲ ਪੁਰਖ ਦਾ ਹੈ। ਬਗਾਨਾ ਸਮਝ ਲੈਣਾ, ਕਿਉਂਕਿ ਜਿਹੜੀ ਬਗਾਨੀ ਵਸਤੂ ਹੁੰਦੀ ਹੈ ਸੰਗਤ ਜੀ, ਉਹਦੇ ਨਾਲ ਸਾਡਾ ਸਨੇਹ ਨਹੀਂ ਹੁੰਦਾ। ਤਾਂ ਤੇ ਭਾਈ ਮਨਸੁਖ ਨੂੰ, ਸ਼ਿਵਨਾਭ ਨੂੰ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਕਿ ਰਾਜਾ ਜੀ ਇਹ ਰਾਜ ਅਕਾਲ ਪੁਰਖ ਦਾ ਸਾਡਾ ਸਮਝ ਕੇ ਰਾਜ ਕਰੋ। ਫਿਰ ਉਸ ਵੇਲੇ ਸੰਗਤ ਜੀ ਰਾਜਾ ਸ਼ਿਵਨਾਭ ਨੇ ਇਹੋ ਜਿਹਾ ਰਾਜ ਕੀਤਾ, ਸਤਿਗੁਰਾਂ ਦੀ ਪ੍ਰਸੰਨਤਾ ਲੈਤੀ। ਅਤੇ ਫਿਰ ਹੋਰ ਰਾਜੇ ਜਨਕ ਦਾ ਵੀ ਗੁਰਬਾਣੀ ਅੰਦਰ ਅਤੇ ਭਾਈ ਗੁਰਦਾਸ ਦੀਆਂ 12 ਅੰਦਰ ਜ਼ਿਕਰ ਹੈ। ਰਾਜਾ ਜਨਕ ਬਹੁਤ ਵੱਡਾ ਰਾਜਾ ਹੋਇਆ, ਜਿਹੜੇ ਤ੍ਰੇਤਾ ਯੁੱਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਹੋਏ, ਜੋ ਉਹਨਾਂ ਦੇ ਘਰੋਂ ਸੀਤਾ ਦੇਵੀ ਸੀ, ਉਹਨਾਂ ਦਾ ਸੰਗਤ ਜੀ ਪਿਤਾ ਸੀ ਰਾਜਾ ਜਨਕ। ਉਹਨੇ ਇਹੋ ਜਿਹਾ ਰਾਜ ਕੀਤਾ ਕਿ ਰਾਜ ਦੇ ਵਿੱਚ ਰਹਿੰਦਿਆਂ ਹੋਇਆ ਜੋਗ ਨੂੰ ਮਾਣਿਆ। ਜਿਵੇਂ ਪਾਣੀ ਦੇ ਵਿੱਚ ਸੰਗਤ ਜੀ ਮੁਰਗਾਈ ਰਹਿੰਦੀ, ਆਪਣੇ ਖੰਭ ਨਹੀਂ ਭਿੱਜਣ ਦਿੰਦੀ, ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਨੇ, ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਨੇ, ਉਹ ਸੰਗਤ ਜੀ ਪਦਾਰਥਾਂ ਦੇ ਨਾਲ ਆਪਣੀ ਬਿਰਤੀ ਨਹੀਂ ਜੋੜਦੇ। ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਵੀ ਨਿਰਲੇਪ ਹੈ, ਇਸੇ ਤਰ੍ਹਾਂ ਭਾਈ ਜਿਹੜੇ ਗੁਰਮੁਖ ਨੇ, ਸਿਮਰਨ ਕਰਨ ਵਾਲੇ ਨੇ, ਉਹ ਵੀ ਸੰਗਤ ਜੀ ਮਾਇਆ ਦੇ ਵਿੱਚ ਰਹਿੰਦੇ ਹੋਏ ਨਿਰਲੇਪ ਨੇ, ਉਹਨਾਂ ਨੂੰ ਮਾਇਆ ਪਾਉਂਦੀ ਨਹੀਂ। ਸਤਿਗੁਰੂ ਜੀ ਵੀ ਇੱਥੇ ਇਉਂ ਹੀ ਕਹਿ ਰਹੇ ਨੇ ਗੁਰਸਿੱਖਾ, ਕਿਉਂਕਿ ਇਹ ਜਿਹੜੀ ਮਾਇਆ ਹੈ ਇਹਦੇ ਬਿਨਾਂ ਸੰਸਾਰ ਨਹੀਂ ਚੱਲਦਾ। ਸ੍ਰੀ ਸਰਬਲੋਕ ਗ੍ਰੰਥ ਸਾਹਿਬ ਵਿੱਚ ਸ੍ਰੀ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਹਾਰਾਜ ਨੇ ਲਿਖਿਆ, ਆਦਿ ਭਵਾਨੀ ਈਸ਼ਵਰੀ ਮਾਇਆ ਜਾ ਕੋ ਨਾਮ ਸਰੇ ਨਾ ਏਕ ਕਾਮ। ਮਹਾਰਾਜ ਜੀ ਕਹਿੰਦੇ ਇਹ ਆਦਿ ਹੈ, ਇਹਦੇ ਬਿਨਾਂ ਭਾਈ ਇੱਕ ਕਾਰਜ ਵੀ ਨਹੀਂ ਹੁੰਦਾ। ਸੋ ਵੇਖ ਲਓ ਸੰਸਾਰ ਵਿੱਚ ਜਿੰਨੇ ਵੀ ਕਾਰਜ ਨੇ ਸਾਰੇ ਮਾਇਆ ਨਾਲ ਹੀ ਹੁੰਦੇ ਨੇ। ਤਾਂ ਤੇ ਮਹਾਰਾਜ ਨੇ ਸੰਗਤ ਫਿਰ ਉਹ ਮਾਇਆ ਤਿਆਗਣ ਵਾਸਤੇ ਨਹੀਂ ਕਿਹਾ, ਮਾਇਆ ਦੇ ਨਾਲੋਂ ਬਿਰਤੀ ਨੂੰ ਤਿਆਗਣ ਵਾਸਤੇ ਕਿਹਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਕਿਰਪਾ ਕਰਦੇ ਨੇ, ਜਿਹੇ ਮਾਇਆ
ਮਮਤਾ ਜੀ, ਮਮਤਾ ਤੋਂ ਭਾਵ ਕਿ ਜਿਹਨੇ ਭਾਈ ਮੇਰ ਤਜ ਦਿੱਤੀ ਕਿ ਮਾਇਆ ਵਾਹਿਗੁਰੂ ਨੇ ਮੈਨੂੰ ਪ੍ਰਲਬਧ ਦੇ ਅਨੁਸਾਰ, ਮੈਨੂੰ ਵਰਤੋਂ ਅਨੁਸਾਰ ਦਿੱਤੀ ਹੈ, ਉਹ ਤੇ ਆਪਣਾ ਅਧਿਕਾਰ ਨਹੀਂ ਜਮਾਇਆ। ਜਿਹੇ ਮਾਇਆ ਮਮਤਾ ਤਜੀ ਸਭ ਤੇ ਪਏ ਉਦਾਸ, ਅਤੇ ਉਦਾਸ ਰਹਿੰਦਾ ਹੈ ਰਾਜ ਜੋਗ ਮਾਣਦਾ ਹੋਇਆ। ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਸੰਗਤ ਜੀ ਉਹ ਹੈ ਪੂਰਨ ਗੁਰਸਿੱਖ, ਉਹ ਹੈ ਪੂਰਨ ਮਹਾਤਮਾ। ਕਿਉਂਕਿ ਇਸ ਜਿਹੜੀ ਮਾਇਆ ਹੈ ਇਹਦੇ ਬਹੁਤ ਨਾਮ ਨੇ। ਹੁਣ ਜਿਹੜੇ ਦੂਸਰੇ ਅਰਥ ਇਹਦੇ ਨੇ ਉਹ ਵਿਆਸੀਆਂ ਵਾਸਤੇ ਨੇ ਕਿ ਭਾਈ ਜਿਹੜੇ ਗੁਰਮੁਖ ਸਿਮਰਨ ਕਰਨ ਵਾਲੇ ਆ ਉਹਨਾਂ 'ਤੇ ਵੀ ਸੰਗਤ ਜੀ ਮਾਇਆ ਆਪ ਪਹੁੰਚਦੀ ਹੈ। ਭਗਤ ਕਬੀਰ ਸਾਹਿਬ ਜੀ ਦੀ ਬਾਤ ਹੋ ਰਹੀ ਸੀ। ਸ੍ਰੀ ਕਬੀਰ ਸਾਹਿਬ ਜੀ ਜੋ ਤਾਣੀ ਦਾ ਕੱਪੜੇ ਬੁਣਨ ਦਾ ਕਾਰਜ ਕਰਦੇ ਸੀ, ਇੱਕ ਦਿਨ ਸ੍ਰੀ ਕਬੀਰ ਸਾਹਿਬ ਜੀਆਂ ਦੇ ਕੋਲ ਪਤਾ ਲੱਗਿਆ ਮਾਇਆ ਨੂੰ ਕਿ ਕਬੀਰ ਸਾਹਿਬ ਜੀ ਬਹੁਤ ਸਿਮਰਨ ਕਰਨ ਵਾਲੇ ਨੇ। ਕਿਉਂਕਿ ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਦੇ ਕੋਲ ਸੰਗਤ ਜੀ ਮਾਇਆ ਆ ਕੇ ਪਹੁੰਚਦੀ ਹੈ। ਮਾਇਆ ਪਰਮੇਸ਼ਰ ਦੇ ਨਾਲੋਂ ਤੋੜਦੀ ਹੈ, ਜਿਵੇਂ ਵਿਸ਼ਨੂੰ ਦੇ ਨਾਲ ਲక్ష్ਮੀ ਹੈ। ਇਸੇ ਤਰ੍ਹਾਂ ਹੀ ਭਗਤੀ ਦਾ ਅਤੇ ਮਾਇਆ ਦਾ ਥੋੜ੍ਹਾ ਪਰਸਪਰ ਵਿਰੋਧ ਰਹਿੰਦਾ ਹੈ। ਕਿ ਜਿਸ ਵੇਲੇ ਇੱਕ ਦਿਨ ਸੰਗਤ ਜੀ ਕਬੀਰ ਸਾਹਿਬ ਜੀਆਂ ਦੇ ਕੋਲ ਮਾਇਆ ਆਈ, ਕਬੀਰ ਸਾਹਿਬ ਜੀ ਨੇ ਆਪਣੀ ਬਾਣੀ ਅੰਦਰ ਆਪ ਜ਼ਿਕਰ ਕੀਤਾ ਹੈ ਕਿ ਆ ਕੇ ਇਸਤਰੀ ਦਾ ਸਰੂਪ ਧਾਰਨ ਕਰ ਲਿਆ, ਬੜੇ ਸੁੰਦਰ ਸਰੀਰ 'ਤੇ ਬਸਤਰ ਪਹਿਨ ਲਏ, ਸੁੰਦਰ ਗਹਿਣੇ ਪਹਿਨ ਲਏ, ਅਤੇ ਆ ਕੇ ਸੰਗਤ ਜੀ ਨਾਲ ਹੋਰ ਆਪਣੀਆਂ ਸਖੀਆਂ ਲੈ ਕੇ ਕਬੀਰ ਸਾਹਿਬ ਕੋਲ ਆਈ। ਕਬੀਰ ਸਾਹਿਬ ਨੂੰ ਕਹਿਣ ਲੱਗੀ ਕਿ ਕਬੀਰ ਜੀ ਮੇਰੀ ਤਾਣੀ ਬਣੋ। ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਭਾਈ ਦੇਵੀ ਹਜੇ ਹੋਰ ਬਹੁਤ ਸਾਰਾ ਕੱਪੜਾ ਬੁਣਨ ਵਾਲਾ ਹੈ, ਪਹਿਲਾਂ ਕੱਪੜਾ ਆਇਆ, ਵਾਰੀ ਅਨੁਸਾਰ ਸਭ ਦਾ ਕੱਪੜਾ ਬੁਣਿਆ ਜਾਵੇਗਾ। ਤਾਂ ਮਾਇਆ ਸੰਗਤ ਜੀ ਆਪਣਾ ਪ੍ਰਭਾਵ ਪਾਉਣੀ ਚਾਹੁੰਦੀ ਸੀ। ਕਬੀਰ ਜੀਆਂ ਨੂੰ ਮਾਇਆ ਕਹਿਣ ਲੱਗੀ ਕਿ ਮੈਂ ਤੁਹਾਨੂੰ ਦੁੱਗਣੀ ਭੇਟਾ ਦੇਵਾਂਗੀ ਕੱਪੜੇ ਬੁਣਨ ਦੀ। ਤਾਂ ਉਸ ਵੇਲੇ ਕਬੀਰ ਸਾਹਿਬ ਜੀ ਕਹਿਣ ਲੱਗੇ ਨਹੀਂ, ਕਿ ਪਹਿਲਾਂ ਜਿਨ੍ਹਾਂ ਦੇ ਵਸਤਰ ਆਏ ਨੇ ਭਾਈ ਅਸੀਂ ਪਹਿਲਾਂ ਉਹਨਾਂ ਦੇ ਵਸਤਰ ਬੁਣਨੇ ਹਨ। ਤਾਂ ਉਸ ਵੇਲੇ ਸੰਗਤ ਜੀ ਮਾਇਆ ਨੇ ਵੇਖਿਆ ਕਿ ਮਾਇਆ ਕਹਿਣ ਲੱਗੀ ਕਿ ਮੇਰੇ ਜੰਜਾਲ ਵਿੱਚ, ਮੇਰੇ ਅਧੀਨ ਵਿੱਚ ਨਹੀਂ ਆ ਰਿਹਾ। ਉਸ ਵੇਲੇ ਮਾਇਆ ਨੇ ਆਪਣੇ ਨੇਤਰਾਂ ਦੁਆਰਾ ਐਸੀ ਮਾਇਆ ਪਾਈ ਕਿ ਕਬੀਰ ਜੀ ਦੇ ਜਿੰਨੇ ਵੀ ਤਾਣੀ ਬੁਣਨ ਵਾਲੇ ਸੰਦ ਸਨ ਉਹ ਸਾਰੇ ਸੋਨੇ ਦੇ ਬਣਾ ਦਿੱਤੇ। ਜਿਸ ਵੇਲੇ ਸੋਨੇ ਦੇ ਬਣਾ ਦਿੱਤੇ ਕਬੀਰ ਜੀ ਹੈਰਾਨ ਹੋਏ, ਅਚੰਭੇ ਰਹਿ ਗਏ ਕਿ ਇਹ ਪਰਮੇਸ਼ਰ ਦੀ ਕੀ ਮਾਇਆ ਪਈ। ਕਬੀਰ ਸਾਹਿਬ ਜੀ ਲਿਖਦੇ ਨੇ, ਕਬੀਰ ਆਈ ਮੁਝਹਿ ਪਏ ਅਨਕ ਕਰੇ ਕਰ ਭੇਸ, ਕਿ ਉਹਨੇ ਅਨੇਕਾਂ ਤਰ੍ਹਾਂ ਦੇ ਭੇਸ ਲਿਬਾਸ ਕੀਤੇ। ਕਦੇ ਮੈਨੂੰ ਉਹਨੇ ਵੱਧ ਮਾਇਆ ਦੇਣ ਵਾਸਤੇ ਕਿਹਾ, ਕਦੇ ਮੇਰੇ ਸੋਨੇ ਦੇ ਸੰਦ ਜਿਹੜੇ ਸਨ ਕੈਂਚੀ ਇਤਿਆਦਿਕ ਉਹ ਬਣਾਉਣਾ ਕੀਤੇ। ਫਿਰ ਕਬੀਰ ਸਾਹਿਬ ਜੀ ਪੁੱਛ ਗਏ, ਕਬੀਰ ਸਾਹਿਬ ਜੀ ਫਿਰ ਇਹ ਮਾਇਆ ਤੁਸੀਂ ਬਚੇ ਕਿਵੇਂ? ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਆਈ ਮੁਝੈ ਭੈ ਆਨਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਹੁਣ ਕੀਨੋ ਆਦੇਸ਼। ਜਿਸ ਵੇਲੇ ਕਿ ਉਹ ਮਾਇਆ ਸਾਡੇ ਕੋਲ ਆਈ ਤਾਂ ਅਸੀਂ ਆਪਣੇ ਗੁਰੂ ਦੀ ਕਿਰਪਾ ਦੇ ਨਾਲ ਬਚੇ। ਇਤਿਹਾਸ ਦੇ ਵਿੱਚ ਸਾਖੀ ਆਉਂਦੀ ਕਿ ਜਿਸ ਵੇਲੇ ਮਾਇਆ ਆਈ ਤਾਂ ਸੰਗਤ ਜੀ ਕਬੀਰ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਕੋਲ ਬੁਲਾਇਆ, ਕਹਿਣ ਲੱਗੇ ਕਮਾਲੇ ਜਿਹੜੀ ਅੰਦਰ ਛੁਰੀ ਪਈ ਹੈ ਉਹ ਲੈ ਕੇ ਆ। ਤਾਂ ਉਸ ਵੇਲੇ ਸੰਗਤ ਜੀ ਮਾਇਆ ਦਾ ਕਬੀਰ ਸਾਹਿਬ ਜੀ ਨੱਕ ਕੱਟ ਦਿੱਤਾ। ਕਬੀਰ ਜੀ ਕਹਿੰਦੇ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਇਹ ਮਾਇਆ ਜਿਹੜੀ ਭਾਈ ਇਹ ਤਿੰਨੇ ਲੋਕਾਂ ਦੀ ਪਿਆਰੀ ਹੈ ਅਤੇ ਸੰਤਾਂ ਦੀ ਬੈਰਨ ਹੈ। ਕਿਉਂਕਿ ਸੰਤਾਂ ਦੀ ਜਿਹੜੀ ਬਿਰਤੀ ਹੈ ਉਹ ਤੋੜਨਾ ਚਾਹੁੰਦੀ ਹੈ ਅਤੇ ਤਿੰਨੇ ਲੋਕ ਨੇ ਜਿਹੜੇ ਵਸਣ ਵਾਲੇ ਸੰਸਾਰ ਦੇ, ਉਹਨਾਂ ਦਾ ਭਾਈ ਮਾਇਆ ਦੇ ਨਾਲ ਕਾਰਜ ਹੁੰਦੇ ਨੇ। ਤਾਂ ਤੇ ਸਤਿਗੁਰੂ ਸਾਹਿਬ ਜੀ ਸੰਗਤ ਜੀ ਇੱਥੇ ਉਹ ਮਾਇਆ ਨੂੰ ਵੀ ਤਜਣ ਵਾਸਤੇ ਕਹਿ ਰਹੇ ਨੇ। ਮਾਇਆ ਬਹੁਤ ਪ੍ਰਕਾਰ ਦੀ ਹੈ, ਵਾਸਤਵ ਦੇ ਵਿੱਚ ਉਹੀ ਮਾਇਆ ਹੈ ਭਾਈ ਜਿਹੜੀ ਵਾਹਿਗੁਰੂ ਦੇ ਨਾਲੋਂ ਤੋੜਦੀ ਹੈ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿਹੇ ਮਾਇਆ ਮਮਤਾ ਤਜੀ ਸਭ ਤੇ ਭਏ ਉਦਾਸ, ਕਿ ਜਿਨ੍ਹਾਂ ਨੇ ਭਾਈ ਮਾਇਆ ਦੇ ਨਾਲੋਂ ਮਿਹਰ ਤਿਆਗ ਦਿੱਤੀ, ਜਿਹੜੇ ਉਦਾਸ ਹੋ ਗਏ, ਜਿਹੜੇ ਉਪਰਾਮ ਹੋ ਗਏ ਸੰਸਾਰ ਦੇ ਪਦਾਰਥਾਂ ਵੱਲੋਂ। ਅੱਗੇ ਗੁਰੂ ਸਾਹਿਬ ਜੀ ਫਿਰ ਸੰਗਤ ਜੀ ਉਹਨਾਂ ਗੁਰਸਿੱਖਾਂ ਦੀ ਅਵਸਥਾ ਦਰਸਾਉਂਦੇ ਨੇ। ਕਹੋ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨਿਵਾਸ। ਮਹਾਰਾਜ ਜੀ ਕਹਿੰਦੇ, ਹੈ ਮੇਰੇ ਮਨਾ ਸੁਣ ਨਾ ਕਰ। ਜਿਨ੍ਹਾਂ ਗੁਰਮੁਖਾਂ ਨੇ ਮਾਇਆ ਦੇ ਨਾਲੋਂ ਮਿਹਰ ਤਿਆਗ ਦਿੱਤੀ, ਉਹਨਾਂ ਦੇ ਹਿਰਦੇ ਦੇ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਹੈ
ਉਹਦਾ ਭਾਈ ਨਿਵਾਸ ਤਾਂ ਸਾਰਿਆਂ ਦੇ ਹਿਰਦੇ ਵਿੱਚ ਹੀ ਵਾਹਿਗੁਰੂ ਹੈ, ਪਰ ਸੰਗਤ ਹੀ ਉਸ ਵੇਲੇ ਪਰਮਾਤਮਾ ਸਾਖਾਤ ਰੂਪ ਅੰਦਰ ਪ੍ਰਗਟ ਹੋ ਜਾਂਦਾ ਹੈ। ਇਹ ਪ੍ਰਤੱਖ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਆ ਕੇ ਦੀਦਾਰ ਦਿੰਦਾ ਹੈ। ਜਿਹੜੇ ਭਾਈ ਮੇਰ, ਜਿਨ੍ਹਾਂ ਨੇ ਹੰਗਤਾ ਮਮਤਾ ਤਿਆਗ ਦਿੱਤੀ, ਜਿਨ੍ਹਾਂ ਨੇ ਪਦਾਰਥਾਂ ਦਾ ਅਭਿਮਾਨ ਤਿਆਗ ਦਿੱਤਾ, ਸਤਿਗੁਰੂ ਸਾਹਿਬ ਜੀ ਅੱਗੇ ਸੰਗਤੀ ਕਥਨ ਕਰਦੇ ਨੇ, ਜਿਹੇ ਪ੍ਰਾਨੀ ਹਉਮੈ ਤਜੀ ਕਰਤਾ ਰਾਮ ਪਛਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਪ੍ਰਾਨੀ ਭਾਵ ਕਿ ਪ੍ਰਾਣਾਧਾਰੀ ਜੀਵ, ਕਿਉਂਕਿ ਸੰਗ ਸਾਡਾ ਜਿਹੜਾ ਜੀਵਨ ਹੈ ਉਹ ਪ੍ਰਾਣਾਂ ਦੇ ਨਾਲ ਹੀ ਹੈ, ਕਿ ਜਿਸ ਵੇਲੇ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਚਲੇ ਜਾਂਦੇ ਨੇ, ਸਾਡੇ ਸੰਬੰਧੀ ਵੀ ਸਾਡੇ ਕੋਲ ਹੁੰਦੇ ਨੇ, ਸਾਡੇ ਜਿੰਨੇ ਸਰੀਰ ਦੇ ਅੰਗ ਨੇ ਉਹ ਵੀ ਸਾਡੇ ਉਸ ਵਕਤ ਕੋਲ ਹੀ ਹੁੰਦੇ ਨੇ, ਪਰ ਉਸ ਵੇਲੇ ਸਾਡੇ ਕੋਲ ਪ੍ਰਾਣ ਨਹੀਂ ਹੁੰਦੇ, ਮੁਰਦੇ ਦੇ ਕੋਲ, ਤਾਂ ਉਹਨੂੰ ਸੰਗਤੀ ਮੁਰਦਾ ਕਿਹਾ ਜਾਂਦਾ ਹੈ। ਪ੍ਰਾਣਾਂ ਨਾਲ ਹੀ ਜੀਵ ਹੈ। ਮਨੁੱਖ ਦਾ ਜਿਹੜਾ ਜੀਵਨ ਹੈ ਉਹ ਪ੍ਰਾਣ ਹੀ ਨੇ। ਤਾਂ ਤੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੇ ਪ੍ਰਾਨੀ, ਕਿ ਜਿਹੜੇ ਪ੍ਰਾਣਾਧਾਰੀ ਜੀਵ ਹਉਮੈ ਤਜੀ, ਜਿਹਨੇ ਹਉਮੈ ਨੂੰ ਤਿਆਗ ਦਿੱਤਾ। ਜਿਹੜੇ ਹਉਮੈ ਸ਼ਬਦ ਹੈ ਸੰਗੀ ਦੋ ਅੱਖਰਾਂ ਦੇ ਸੁਮੇਲ ਤੋਂ ਬਣਿਆ ਹੈ, ਹਉ ਮੈਂ। ਹਉ ਤੋਂ ਅਰਥ ਜਿਹੜਾ ਹਉ ਮੈਂ ਭਾਵ ਜਿਸ ਵੇਲੇ ਜੀਵ ਦੇ ਵਿੱਚ ਹਉ ਆ ਜਾਏ ਵੀ ਮੈਂ ਹੀ ਹਾਂ ਸਭ ਕੁਝ ਕਰਤਾ ਧਰਤਾ, ਤਾਂ ਉਸ ਵੇਲੇ ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਫਿਰ ਜੀਵ ਵਾਹਿਗੁਰੂ ਤੋਂ ਵਿਛੜ ਜਾਂਦਾ ਹੈ। ਕਿਉਂਕਿ ਸਿੱਧਾਂ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਸੰਗ ਜਿਸ ਵੇਲੇ ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਸੁਮੇਲ ਪਰਬਤ 'ਤੇ ਪੁੱਜੇ, ਤਾਂ ਉੱਥੇ ਮਹਾਰਾਜ ਨੂੰ ਸਿੱਧਾਂ ਨੇ 3 ਸਵਾਲ ਕੀਤੇ। ਪਹਿਲਾ ਸਵਾਲ ਸੀ ਸਿੱਧਾਂ ਦਾ ਕਿ ਮਹਾਰਾਜ ਸੰਸਾਰ ਦੀ ਉਤਪਤੀ ਕਿਵੇਂ ਹੁੰਦੀ ਹੈ। ਦੂਸਰਾ ਸਿੱਧਾਂ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਸੰਸਾਰ ਦੀ ਵਿਨਾਸ਼ਤਾ, ਸੰਸਾਰ ਦੀ ਲਯਤਾ, ਸੰਸਾਰ ਖਤਮ ਕਦੋਂ ਹੁੰਦਾ ਹੈ। ਅਤੇ ਤੀਸਰਾ ਸਵਾਲ ਸੀ ਸਿੱਧਾਂ ਦਾ ਕਿ ਮਹਾਰਾਜ ਦੁੱਖਾਂ ਦਾ ਕੀ ਕਾਰਨ ਹੈ। ਸ੍ਰੀ ਗੁਰੂ ਨਾਨਕ ਸਾਹਿਬ ਨੇ ਸੰਗਤ ਜੋ ਸਵਾਲ ਵੀ ਅਤੇ ਆਪਣਾ ਉੱਤਰ ਵੀ ਗੁਰਬਾਣੀ ਵਿੱਚ ਲਿਖਿਆ ਹੈ। ਸਿੱਧ ਪੁੱਛਦੇ ਨੇ ਕਿ ਕਿਤ ਕਿਤ ਵਿਦ ਪੁਰਖਾ, ਕਿਤ ਕਿਤ ਪੁਰਖਾ ਜਗ ਉਪਜੈ, ਕਿਤ ਕਿਤ ਵਿਦ ਦੁੱਖ ਪਾਈ, ਕਿ ਕਿਹੜੇ ਤਰੀਕੇ ਦੇ ਨਾਲ ਸੰਸਾਰ ਪੈਦਾ ਹੁੰਦਾ ਹੈ, ਕਿਹੜੇ ਤਰੀਕੇ ਨਾਲ ਸੰਸਾਰ ਵਿੰਸਦਾ ਹੈ ਅਤੇ ਕਦੋਂ ਜੀਵ ਦੁੱਖ ਪਾਉਂਦਾ ਹੈ। ਤਾਂ ਫਿਰ ਸਤਿਗੁਰੂ ਜਗਤ ਦੇ ਮਾਲਕ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਤਰ ਦਿੰਦੇ ਨੇ ਕਿ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾ ਬਿਸਰੈ ਦੁੱਖ ਪਾਈ, ਕਿ ਭਾਈ ਹਉਮੈ ਕਰਕੇ ਸੰਸਾਰ ਪੈਦਾ ਹੁੰਦਾ ਹੈ। ਕਿਉਂਕਿ ਜਿਸ ਵੇਲੇ ਸੰਗਤ ਜੀ ਹਉ ਆਉਂਦੀ ਹੈ ਮੈਂ, ਕਿ ਸਭ ਕੁਝ ਮੈਂ ਹੀ ਕਰਤਾ, ਆਪਸ ਕੋ ਦੀਰ ਕਰ ਜਾਣੈ ਔਰਨ ਕੋ ਲਗ ਮਾਤ। ਜੀਵ ਜਿਹੜੇ ਜੀਵ ਦੇ ਅੰਦਰ ਹਉਮੈ ਹੁੰਦੀ ਹੈ ਉਹ ਕਹਿੰਦਾ ਹੈ ਸਾਰਾ ਗਿਆਨ, ਸਾਰੀ ਬੁੱਧੀ ਅਤੇ ਸਾਰੀ ਅਕਲ ਮੈਨੂੰ ਹੈ। ਜਿਸ ਵੇਲੇ ਸੰਗਤ ਫਿਰ ਬੁੱਧੀ ਦੇ ਵਿੱਚ ਮੈਂ ਆ ਜਾਵੇ ਤਾਂ ਫਿਰ ਜੀਵ ਦੂਸਰੇ ਦੀ ਬਾਤ ਸੁਣਨ ਨੂੰ ਤਿਆਰ ਨਹੀਂ। ਅਤੇ ਜਿਹੜੇ ਮਨੁੱਖ ਦੇ ਕੋਲ ਸੰਗਤ ਜੀ ਈਗੋ ਆਪਣੀ ਹਉਮੈ ਹੋਵੇ, ਫਿਰ ਸਤਿਗੁਰੂ ਜੀ ਕਹਿੰਦੇ ਉਹਦੇ ਹਿਰਦੇ ਦੇ ਵਿੱਚ ਕਦੇ ਗੁਰੂ ਦਾ ਉਪਦੇਸ਼ ਨਹੀਂ ਵਸਦਾ, ਉਹ ਹਮੇਸ਼ਾ ਭਟਕਦਾ ਰਹਿੰਦਾ। ਜਿਸ ਵੇਲੇ ਸੰਗਤ ਜੀ ਗੁਰੂ ਦਾ ਉਪਦੇਸ਼ ਨਾ ਵਸਿਆ, ਕਿਉਂਕਿ ਮਹਾਰਾਜ ਦੇ ਵਚਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਜੀ ਕਹਿੰਦੇ ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਜਿਵੇਂ ਸੰਗਤ ਹਨੇਰਾ ਅਤੇ ਚਾਨਣ ਕਿਤੇ ਇਕੱਠੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਭਾਈ ਨਾਮ ਅਤੇ ਕਿਤੇ ਹਉਮੈ ਇਕੱਠੇ ਨਹੀਂ ਰਹਿ ਸਕਦੇ। ਜਿਸ ਵੇਲੇ ਜੀਵ ਦੇ ਅੰਦਰ ਮੈਂ ਆ ਜਾਵੇ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹ ਲਵੋ। ਜਿਸ ਵੇਲੇ ਸਤਿਗੁਰੂ ਜੀ ਸਾਹਿਬ ਜੀ ਮਹਾਰਾਜ ਸ੍ਰੀ ਪਾਉਂਟਾ ਸਾਹਿਬ ਦੀ ਧਰਤੀ 'ਤੇ ਸ੍ਰੀ ਅਕਾਲ ਉਸਤ ਨਾਮ ਦੀ ਬਾਣੀ ਨੂੰ ਉਚਾਰ ਰਹੇ ਸਨ, ਤਾਂ ਮਹਾਰਾਜ ਦੀ ਸੰਗਤ ਦੀ ਐਸੀ ਲਿਵ ਲੱਗੀ ਕਿ ਮਹਾਰਾਜ ਜੀ ਸਵੇਰੇ ਬੈਠੇ, ਭਾਈ ਮਨੀ ਸਿੰਘ ਸਾਹਿਬ ਜੀ ਲਿਖਣ ਲੱਗੇ, ਹੋਰ ਲਿਖਿਆਰੀ ਨੇ ਕੋਲ, ਮਹਾਰਾਜ ਜੀ ਦੀ ਐਸੀ ਅਕਾਲ ਪੁਰਖ ਦੇ ਨਾਲ ਬਿਰਤੀ ਲੱਗ ਪਈ। ਮਹਾਰਾਜ ਜੀ ਕਹਿਣ ਲੱਗੇ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਭਾਵ ਸ਼ਾਮ ਤੱਕ ਇਹੋ ਸ਼ਬਦ ਅਲਾਪ 'ਤੇ ਰਹੇ। ਬੜੇ ਕਾਗਜ਼ ਭਰ ਗਏ ਗੁਰਸਿੱਖਾਂ ਨੂੰ। ਜਿਸ ਵੇਲੇ ਸੰਧਿਆ ਦਾ ਵੇਲਾ ਹੋਇਆ, ਮਹਾਰਾਜ ਦੀ ਬਿਰਤੀ ਦੁਬਾਰਾ ਆਈ। ਹਜ਼ੂਰ ਨੇ ਪੁੱਛਿਆ ਕਿ ਭਾਈ ਅੱਜ ਅਸੀਂ ਕਿੰਨੀ ਗੁਰਬਾਣੀ ਉਚਾਰਨ ਕੀਤੀ ਹੈ। ਗੁਰਸਿੱਖਾਂ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਮਹਾਰਾਜ ਅੱਜ ਤੇ ਆਪ ਜੀ ਨੇ ਗੁਰਬਾਣੀ ਬਹੁਤ ਉਚਾਰਨ ਕੀਤੀ, ਪਰ ਸ਼ਬਦ ਇੱਕ ਹੀ ਸੀ, ਤੂੰ ਹੀ ਤੂੰ ਹੀ ਤੂੰ ਹੀ। ਮਹਾਰਾਜ ਜੀ ਕਹਿੰਦੇ ਭਾਈ ਸਾਨੂੰ ਅਕਾਲ ਪੁਰਖ ਹਰ ਥਾਂ ਵਿਆਪਕ ਨਜ਼ਰ ਆ ਰਿਹਾ ਸੀ।
ਸਾਰਾ ਕੁਝ ਕਰਤਾ ਧਰਤਾ ਅਕਾਲ ਪੁਰਖ ਹੀ ਨਜ਼ਰ ਆ ਰਿਹਾ ਸੀ ਗੁਰਸਿੱਖੋ। ਫਿਰ ਸੰਗਤ ਜੀ ਉਸ ਵੇਲੇ ਮਹਾਰਾਜ ਨੇ ਉਹਨਾਂ ਸਾਰੇ ਅੱਖਰਾਂ ਨੂੰ ਕਟਾ ਕੇ ਕੁਝ ਅੱਖਰ ਅਕਾਲ ਉਸਤ ਨਾਮ ਬਾਣੀ ਵਿੱਚ ਲਿਖੇ ਨੇ, ਅੱਜ ਵੀ ਉਹ ਦਰਜ ਨੇ। ਮਹਾਰਾਜ ਨੇ ਕਿਹਾ ਜਿਹੜੇ ਇਹਨਾਂ ਥੋੜ੍ਹੇ ਅੱਖਰਾਂ ਨੂੰ ਪੜ੍ਹੂਗਾ ਉਹਨੂੰ ਬਹੁਤਾ ਅੱਖਰਾਂ ਦਾ ਮਹਾਨ ਫਲ ਪ੍ਰਾਪਤ ਹੋਵੇਗਾ। ਸੋ ਭਾਵ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ ਤੂੰ। ਕਿ ਜਿਸ ਵੇਲੇ ਸੰਜੀਵ ਦੇ ਹਿਰਦੇ ਵਿੱਚੋਂ ਆਪਾ ਭਾਵ ਮੈਂ ਭਾਵ ਮਿਟਦਾ ਹੈ, ਫਿਰ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ। ਵਿਦਵਾਨ ਲੋਕ ਸਮਝਣ ਵਾਸਤੇ ਉਦਾਹਰਨ ਦਿੰਦੇ ਕਿ ਬੱਕਰੀ ਜਿਹੜਾ ਬੱਕਰਾ ਹੈ ਉਹ ਸਾਰੀ ਉਮਰ ਸੰਦੀ ਮੈਂ ਦੀ ਆਵਾਜ਼ ਕਰਦਾ ਹੈ। ਜਿਸ ਵੇਲੇ ਮੈਂ ਦੀ ਆਵਾਜ਼ ਕਰਦਾ, ਫਿਰ ਵੇਖ ਲਓ ਜਿਹੜਾ ਉਹਨਾਂ ਨੂੰ ਚਰਾਉਣ ਵਾਲਾ ਉਹ ਤੋਂ ਵੀ ਡਾਂਗਾ ਖਾਂਦਾ ਹੈ। ਜੇ ਕਿਸੇ ਦੇ ਖੇਤ ਵਿੱਚ ਵੜਦਾ ਹੈ ਉਹ ਤੋਂ ਵੀ ਸੋਟੀਆਂ ਖਾਂਦਾ ਹੈ। ਪਰ ਜਿਸ ਵੇਲੇ ਉਹ ਬੱਕਰਾ ਮਰ ਜਾਂਦਾ ਹੈ, ਉਹਦੀਆਂ ਆਂਦਰਾਂ ਨੂੰ ਕੱਢ ਕੇ ਸੁਕਾ ਕਰਕੇ ਜਿਸ ਵੇਲੇ ਢਾਡੀ ਲੋਕ ਸਰੰਗੀ ਦੇ ਚਾੜ੍ਹਦੇ ਤਾਰਾਂ ਬਣਾਉਂਦੇ ਨੇ, ਤਾਂ ਫਿਰ ਸੰਗਤ ਜੀ ਵੇਖੋ, ਫਿਰ ਬੱਕਰੇ ਦੀਆਂ ਉਹ ਤਾਰਾਂ ਵਿੱਚੋਂ ਤੂੰ ਦੀ ਆਵਾਜ਼ ਆਉਂਦੀ ਹੈ। ਫਿਰ ਸਾਰਿਆਂ ਨੂੰ ਪਿਆਰਾ ਲੱਗਦੀਆਂ ਉਹ ਆਵਾਜ਼ਾਂ। ਫਿਰ ਸਾਰੇ ਲੋਕ ਉਹਨੂੰ ਸੁਣਨ ਵਾਸਤੇ ਲੱਖਾਂ ਦੀ ਗਿਣਤੀ ਵਿੱਚ ਬੈਠ ਜਾਂਦੇ ਨੇ। ਪਰ ਇਹ ਉਹ ਬੱਕਰੇ ਦੇ ਹਿਰਦੇ ਵਿੱਚੋਂ ਆਈਆਂ ਤਾਰਾਂ ਨੇ, ਪਰ ਉਹਨੇ ਉਸ ਵੇਲੇ ਆਪਣੀ ਮੈਂ ਤਿਆਗ ਦਿੱਤੀ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ, ਜਿੰਨਾ ਚਿਰ ਜੀਵ ਸੰਗਤ ਜੀ ਆਪਣੀ ਈਗੋ ਮੈਂ ਹਉਮੈ ਨੂੰ ਤਿਆਗਣ ਵਾਸਤੇ ਨਹੀਂ ਤਿਆਰ, ਉਹਨਾਂ ਚਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਕਰਤੇ ਰਾਮ ਦੀ ਭਾਈ ਇਹਨੂੰ ਦਾਤ ਵੀ ਨਹੀਂ ਪ੍ਰਾਪਤ ਹੁੰਦੀ। ਕਿਉਂਕਿ ਨਾਮ ਦੇ ਨਾਲ ਸੰਗਤ ਜੀ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ। ਅਤੇ ਜੀਵ ਜਿਹੜਾ ਨਾਮ ਨੂੰ ਗ੍ਰਹਿਣ ਕਰਨ ਵਾਸਤੇ ਤਿਆਰ ਹੀ ਨਹੀਂ ਹੁੰਦਾ। ਜੀਵ ਚਾਹੁੰਦਾ ਹੈ ਕਿ ਸਾਰਾ ਕੁਝ ਮੈਂ ਹੀ ਕਰ ਰਿਹਾ। ਮੈਂ ਦੇ ਵਿੱਚ ਆ ਕੇ ਫਿਰ ਸੰਗਤ ਜੀ ਮਨ ਮਤ ਕਰਦਾ ਹੈ, ਕਿਉਂਕਿ ਬੁੱਧੀ ਦੇ ਵਿੱਚ ਦਿਮਾਗ ਵਿੱਚ ਮੈਂ ਚੱਲਦਾ ਕਿ ਮੈਨੂੰ ਬਹੁਤਾ ਗਿਆਨ ਹੈ, ਕਿ ਸਾਰਾ ਕੁਝ ਮੈਂ ਹੀ ਸਮਝਦਾਰ ਹਾਂ। ਜਿਸ ਵੇਲੇ ਮੈਂ ਆ ਜਾਂਦੀ ਹੈ, ਫਿਰ ਉਸ ਵੇਲੇ ਗੁਰਮਤਿ ਤੋਂ ਵਿਪਰੀਤ ਚੱਲਦਾ ਹੈ। ਫਿਰ ਜਿਸ ਵੇਲੇ ਗੁਰਮਤਿ ਤੋਂ ਵਿਪਰੀਤ ਚੱਲਦਾ ਹੈ, ਫਿਰ ਜਿਹੜਾ ਸਵਾਲ ਸਿੱਧਾ ਨੇ ਕੀਤਾ ਸੀ ਕਿ ਕਿਤ ਕਿਤ ਬਿਦ ਜਗ ਉਪਜੈ ਪੁਰਖਾ, ਕਿਤ ਕਿਤ ਬਿਦ ਦੁੱਖ ਪਾਈ, ਤਾਂ ਫਿਰ ਮਹਾਰਾਜ ਨੇ ਕਿਹਾ ਸੀ ਕਿ ਹਉਮੈ ਬਿਦ ਜਗ ਉਪਜੈ ਪੁਰਖਾ, ਨਾਮ ਵਿਸਰੈ ਦੁੱਖ ਪਾਈ। ਫਿਰ ਜਿਹੜਾ ਮਨਮਤੀ ਮਨੁੱਖ ਹੁੰਦਾ ਹੈ, ਜਿਹੜਾ ਜੀਵ ਗੁਰਮਤਿ ਤੋਂ ਉਲਟ ਵਿਪਰੀਤ ਚੱਲ ਪੈਂਦਾ ਹੈ, ਉਹ ਕਦੇ ਵਾਹਿਗੁਰੂ ਦਾ ਨਾਮ ਲੈਣ ਨੂੰ ਤਿਆਰ ਨਹੀਂ। ਫਿਰ ਨਾਮ ਨੇ ਸੰਗੀ ਸਾਰੇ ਦੁੱਖਾਂ ਦਾ ਨਾਸ਼ ਕਰਨਾ ਹੈ, ਅਤੇ ਨਾਮ ਨੂੰ ਭਾਈ ਉਹ ਗ੍ਰਹਿਣ ਕਰਨ ਵਾਸਤੇ ਤਿਆਰ ਨਹੀਂ, ਫਿਰ ਦੁੱਖ ਪਾਉਂਦਾ ਹੈ। ਫਿਰ ਕਿਹੜੇ ਦੁੱਖ ਪਾਉਂਦਾ ਹੈ? ਸਤਿਗੁਰੂ ਮਹਾਰਾਜ ਦੀ ਬਾਣੀ ਦੇ ਜਿਹੜੇ 4 ਪ੍ਰਕਾਰ ਦੇ ਦੁੱਖ ਮੰਨੇ ਨੇ। ਜੰਮਣ ਮਰਨ ਦਾ ਵੱਡਾ ਦੁੱਖ, ਫਿਰ ਸੰਸਾਰ ਦੇ ਆਵਾਗਮਨ ਗਰਭ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ, 84 ਦੇ ਚੱਕਰ ਵਿੱਚ ਪੈਂਦਾ ਰਹਿੰਦਾ ਹੈ। ਮਹਾਰਾਜ ਜੀ ਇੱਥੇ ਕਿਰਪਾ ਕਰਦੇ ਨੇ ਕਿ ਗੁਰਮੁਖੋ, ਜਿਨ੍ਹਾਂ ਨੇ ਭਾਈ ਹਉਮੈ ਨੂੰ ਤਿਆਗ ਦਿੱਤਾ, ਜਿਨ੍ਹਾਂ ਨੇ ਗੁਰੂ ਦੀ ਮੱਤ ਗ੍ਰਹਿਣ ਕਰ ਲਈ, ਸਤਿਗੁਰੂ ਜੀ ਕਹਿੰਦੇ ਜਿਹ ਪ੍ਰਾਨੀ ਹਉਮੈ ਤਜੀ। ਜਿਹੜੇ ਵੱਡੇ ਭਾਗਾਂ ਵਾਲਿਆਂ ਨੇ ਹਉਮੈ ਨੂੰ ਛੱਡ ਦਿੱਤਾ, ਕਰਤਾ ਰਾਮ ਪਛਾਣ, ਅਤੇ ਕਰਤੇ ਨੂੰ ਪਛਾਣ ਲਿਆ, ਜਿਹੜਾ ਰਾਮ ਸਾਰੇ ਅੰਦਰ ਵਿਆਪਕ ਸਰੂਪ ਹੈ। ਗੁਰੂ ਸਾਹਿਬ ਜੀ ਕਹਿੰਦੇ ਕਹੋ ਨਾਨਕ ਬਹੁ ਮੁਕਤ ਨਰ, ਇਹ ਮਨ ਸਾਚੀ ਮਾਨ। ਕਿ ਮੇਰੇ ਮਨਾ ਇਹ ਗੱਲ ਸੱਚੀ ਜਾਣਨਾ ਕਰ, ਉਹ ਜੀਵ ਮੁਕਤ ਹੈ। ਮਹਾਰਾਜ ਜੀ ਕਹਿੰਦੇ ਉਹ ਸੰਸਾਰ ਦੇ ਬੰਧਨਾਂ ਤੋਂ ਰਹਿਤ ਹੋ ਗਿਆ, ਜਿਹਨੇ ਭਾਈ ਕਰਤੇ ਰਾਮ ਨੂੰ ਪਛਾਣ ਲਿਆ, ਜਿਹਦੇ ਅੰਦਰ ਸੰਗਤ ਜੀ ਵਾਹਿਗੁਰੂ ਦਾ ਨਾਮ ਆ ਗਿਆ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਇੱਥੋਂ ਤੱਕ ਕਹਿੰਦੇ ਨੇ, ਇੱਕ ਚਿੱਤ ਇੱਕ ਸ਼ਨ ਜਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿ ਜੇਕਰ ਇਕਾਗਰ ਮਨ ਦੇ ਨਾਲ ਇੱਕ ਸ਼ਨ ਵੀ ਕੋਈ ਜੀਵ ਵਾਹਿਗੁਰੂ ਦਾ ਨਾਮ ਜਪ ਲਏਗਾ, ਤਾਂ ਉਹ ਸੰਸਾਰ ਦੇ ਬੰਧਨਾਂ ਤੋਂ ਰਹਿਤ ਹੋ ਕੇ ਮੁਕਤ ਹੋ ਜਾਵੇਗਾ। ਸੋ ਇੱਥੇ ਸੰਗਤ ਪਾਵਨ ਸ਼ਬਦ ਦੀ ਸਮਾਪਤੀ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ, ਜਿਹੜਾ ਮਹਾਰਾਜ ਨੇ ਉਪਦੇਸ਼ ਬਖਸ਼ਿਆ ਹੈ, ਆਪਣੇ ਸਾਰਿਆਂ ਦੇ ਹਿਰਦੇ ਵਿੱਚ ਮਹਾਰਾਜ ਜੀ ਆਪਣੀ ਕਿਰਪਾ ਦੁਆਰਾ ਆਪ ਹੀ ਵਸਾਉਣ ਦਾ ਯਤਨ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।